ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਟਰਨੀ ਐਟ ਲਾਅ ਤੇ ਆਪਣਾ ਇਹ ਵੀਕਲੀ ਪ੍ਰੋਗਰਾਮਸ ਆ ਇਮੀਗ੍ਰੇਸ਼ਨ ਅਪਡੇਟਸ ਤੇ ਇਹਦੇ ਵਿੱਚ ਆਪਾਂ ਜਿੱਥੇ ਅਮਰੀਕਾ ਦੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਤੇ ਸਾਰਿਆਂ ਤੋਂ ਪਹਿਲਾਂ ਤਾਂ ਖਬਰ ਇਹ ਹੈਗੀ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਰਿਮੇਨ ਇਨ ਮੈਕਸੀਕੋ ਪਾਲਿਸੀ ਜਿਹੜੀ ਸੀ ਉਹ ਖਤਮ ਕਰ ਦਿੱਤੀ ਆ। ਪਹਿਲੀ ਐਡਮਿਨਿਸਟ੍ਰੇਸ਼ਨ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਾਲਿਸੀ ਬਣਾਈ ਸੀ ਕਿ ਜਿਹਨੇ ਪੋਲੀਟੀਕਲ ਅਸਾਈਲਮ ਦਾ ਕੇਸ ਕਰਨਾ ਬਾਰਡਰ ਕ੍ਰਾਸ ਕਰਕੇ ਆਉਂਦਾ ਉਹ ਮੈਕਸੀਕੋ 'ਚ ਰਹਿ ਕੇ ਆਪਣਾ ਕੇਸ ਲੜੇ। ਇਹਨਾਂ ਨੇ 3 ਕੰਟਰੀਆਂ ਨਾਲ ਸਮਝੌਤੇ ਵੀ ਕੀਤੇ ਸੀ ਜਿਨ੍ਹਾਂ 'ਚ ਐਲ ਸੈਲਵਾਡੋਰ ਸੀ, ਗੋਟੇਮਾਲਾ ਸੀ ਵੀ ਉੱਥੇ ਕੇਸ ਫਾਈਲ ਕੀਤੇ ਜਾਣ। ਉਹ ਤਾਂ ਸਮਝੌਤੇ ਪਹਿਲਾਂ ਰੱਦ ਕਰਤੇ ਸੀ। ਹੁਣ ਜਿਹੜੀ ਰਿਮੇਨ ਇਨ ਮੈਕਸੀਕੋ ਪਾਲਿਸੀ ਆ ਉਹ ਖਤਮ ਕਰ ਦਿੱਤੀ ਆ। ਹੁਣ ਜਿਹੜੇ ਅਸਾਈਲਮ ਸੀਕਰ ਨੇ ਉਹਨਾਂ ਨੂੰ ਮੈਕਸੀਕੋ ਰਹਿਣ ਦੀ ਲੋੜ ਨਹੀਂ ਪਏਗੀ, ਉਹ ਇੱਥੇ ਆ ਕੇ ਆਪਣਾ ਕੇਸ ਜਿਹੜਾ ਹੈਗਾ ਉਹ ਫਾਈਟ ਕਰ ਸਕਦੇ ਆ। ਤੇ ਇਸ ਪਰਪਜ਼ ਲਈ ਫਾਸਟ ਟਰੈਕ ਇਮੀਗ੍ਰੇਸ਼ਨ ਕੋਰਟਸ ਸਥਾਪਿਤ ਕੀਤੀਆਂ ਗਈਆਂ ਨੇ। ਇਹ ਜਿਹੜੀਆਂ ਕੋਰਟਸ ਨੇ ਇਹ 10 ਸਿਟੀਜ਼ ਦੇ ਵਿੱਚ ਹੋਣਗੀਆਂ ਤੇ ਇਹਨਾਂ ਦੇ ਜਿਹੜੇ ਜੱਜ ਨੇ ਉਹ ਪਹਿਲੀ ਮਾਸਟਰ ਕੈਲੰਡਰ ਹੀਅਰਿੰਗ ਤੋਂ ਬਾਅਦ 300 ਦਿਨ ਦੇ ਵਿੱਚ ਡਿਸੀਜਨ ਜਿਹੜੇ ਆ ਉਹ ਇਸ਼ੂ ਕਰਨਗੇ। ਉਹਦੇ ਵਿੱਚ ਉਹਨਾਂ ਨੂੰ ਕੇਸ ਸੁਣਨਾ ਪਏਗਾ ਤੇ ਉਹਦਾ ਫੈਸਲਾ ਕਰਨਾ ਪਏਗਾ 300 ਦਿਨ ਦੇ ਵਿੱਚ। ਸੋ ਇਹ ਕੋਰਟਸ ਹੋਣਗੀਆਂ ਡੈਨਵਰ, ਡਿਟਰੋਇਟ, ਐਲ ਪਾਸੋ ਟੈਕਸਸ, ਲਾਸ ਐਂਜਲਸ, ਮਿਆਮੀ, ਨਿਊਯਾਰਕ ਨਿਊ ਜਰਸੀ, ਨਿਊਯਾਰਕ ਸਿਟੀ, ਸੈਨ ਡਿਏਗੋ, ਸੈਨ ਫਰਾਂਸਿਸਕੋ ਤੇ ਸਿਐਟਲ। ਤੇ ਜਿਹੜੀਆਂ ਫੈਮਲੀਜ਼ ਆ ਫਰਾਈਡੇ ਜਿਹੜਾ ਲੰਘਿਆ ਉਸ ਤੋਂ ਬਾਅਦ ਰਿਲੀਜ਼ ਕੀਤੀਆਂ ਗਈਆਂ ਨੇ ਜਾਂ ਗਾਂਹ ਨੂੰ ਰਿਲੀਜ਼ ਹੋਣਗੀਆਂ ਉਹਨਾਂ 'ਤੇ ਇਹ ਰੂਲ ਲਾਗੂ ਹੋਏਗਾ ਤੇ ਫਾਸਟ ਟਰੈਕ ਇਮੀਗ੍ਰੇਸ਼ਨ ਕੋਰਟਸ ਉਹਨਾਂ ਦਾ ਫੈਸਲਾ ਕਰਨਗੀਆਂ। ਸੋ ਇਹ ਜਿਹੜੀ ਚੇਂਜ ਕੀਤੀ ਗਈ ਹੈ ਪਾਲਿਸੀ ਇਸ ਕਰਕੇ ਕੀਤੀ ਗਈ ਆ ਕਿ ਅਮਰੀਕਾ ਦੇ ਵਿੱਚ ਬਾਰਡਰ ਦੇ ਉੱਤੇ ਕਾਫੀ ਲੋਕ ਆ ਰਹੇ ਨੇ ਜੋ ਕਿ ਕ੍ਰਾਈਸਿਸ ਬਣਿਆ ਹੋਇਆ। ਜਿਹੜਾ ਇਮੀਗ੍ਰੇਸ਼ਨ ਰਿਫਾਰਮ ਹੋ ਰਿਹਾ ਸੀ, ਇੱਥੋਂ 2 ਬਿੱਲ ਪਾਸ ਹੋ ਕੇ ਗਏ ਸੀ ਹਾਊਸ ਤੋਂ ਸੈਨੇਟ 'ਚ, ਉਹ ਵੀ ਰੁਕੇ ਪਏ ਆ, ਉਹਨਾਂ ਦੀ ਹੀਅਰਿੰਗ ਨਹੀਂ ਹੋਈ। ਇਸ ਚੀਜ਼ ਦਾ ਉੱਤੇ ਵੀ ਅਸਰ ਆ। ਸੋ ਸਰਕਾਰ ਦੀ ਕੋਸ਼ਿਸ਼ ਹੈ ਕਿ ਇਹਨੂੰ ਕਿਸੇ ਤਰੀਕੇ ਦੇ ਨਾਲ ਐਡਰੈਸ ਕੀਤਾ ਜਾਵੇ। ਤੇ ਅੱਜ ਜਿਹੜੇ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਨੇ ਕਮਲਾ ਹੈਰਿਸ ਉਹਨਾਂ ਨੇ ਵੀ ਇੱਕ ਮੀਟਿੰਗ ਜਿਹੜੀ ਹੈਗੀ ਆ ਉਹ ਕੀਤੀ ਹੈ ਗੁਆਟੇਮਾਲਾ ਦੀ ਜਿਹੜੀ ਹੈਗੀ ਐਡਮਿਨਿਸਟ੍ਰੇਸ਼ਨ ਦੇ ਨਾਲ, ਉੱਥੋਂ ਦੇ ਲੀਡਰਾਂ ਨਾਲ। ਤੇ ਇਹ ਸਿਚੁਏਸ਼ਨ ਨੂੰ ਐਡਰੈਸ ਕਰਨ ਵਾਸਤੇ ਕਾਫੀ ਲੋਕ ਉੱਥੋਂ ਵੀ ਆਉਂਦੇ ਆ। ਇਹਦੇ ਨਾਲ ਜਿਹੜਾ ਅਗਲਾ ਇੰਪੋਰਟੈਂਟ ਈਵੈਂਟ ਹੈ ਉਹ ਇਹ ਹੋਇਆ ਕਿ ਇੱਥੇ ਅਮਰੀਕਾ ਦੇ ਵਿੱਚ ਜਿਹੜੀ US ਸੁਪਰੀਮ ਕੋਰਟ ਆ ਉਹਨੇ ਡਿਸੀਜਨਸ ਇਸ਼ੂ ਕੀਤੇ ਨੇ ਜਿਹੜੇ ਬੜੇ ਇੰਪੋਰਟੈਂਟ ਨੇ। ਇੱਕ ਤਾਂ ਹੈਗਾ ਗਾਰਲੈਂਡ ਵਰਸਸ ਦੇਈ। ਇਸ ਡਿਸੀਜਨ ਦੇ ਵਿੱਚ US ਸੁਪਰੀਮ ਕੋਰਟ ਨੇ ਕਿਹਾ ਕਿ ਜੇ ਇਮੀਗ੍ਰੇਸ਼ਨ ਜੱਜ ਕਿਸੇ ਦਾ ਕੇਸ ਡਿਨਾਈ ਕਰਦਾ ਉਹਨੂੰ ਐਕਸਪਲਿਸਿਟਲੀ ਇਹ ਨਹੀਂ ਲਿਖਣਾ ਪਏਗਾ ਵੀ ਉਹ ਬੰਦਾ ਕ੍ਰੈਡੀਬਲ ਨਹੀਂ ਹੈਗਾ ਜਾਂ ਮੈਂ ਇਹਨੂੰ ਬਲੀਵ ਨਹੀਂ ਕਰਦਾ। ਅੱਗੇ 9 ਸਰਕਟ ਕੋਰਟ ਦਾ ਇਹ ਡਿਸੀਜਨ ਸੀਗਾ ਕਿ ਜੇ ਕੋਈ ਜੱਜ ਕਿਸੇ ਦਾ ਕੇਸ ਡਿਨਾਈ ਕਰੇ ਉਹ ਕਲੀਅਰਲੀ ਲਿਖੇ ਕਿ ਉਹ ਕ੍ਰੈਡੀਬਲ ਨਹੀਂ ਹੈਗਾ ਤੇ ਕਿਉਂ ਕ੍ਰੈਡੀਬਲ ਨਹੀਂ ਹੈਗਾ। ਲੇਕਿਨ ਇਹ ਗੱਲ ਨੂੰ ਹੁਣ US ਸੁਪਰੀਮ ਕੋਰਟ ਨੇ ਕਿਹਾ ਕਿ ਇਹਦੀ ਕੋਈ ਲੋੜ ਨਹੀਂ ਆ। ਤੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ that a court of appeals must accept the agency's finding of fact even if the agency failed to adopt the non-citizen's version of events without expressly finding that the person was not believable unless any reasonable adjudicator could be compelled to conclude to the contrary। ਤੇ ਜਿਹੜੀ 9 ਸਰਕਟ ਕੋਰਟ ਆਫ ਅਪੀਲ ਆ ਇਹਦੇ ਵਿੱਚ ਇਹ ਸਟੇਟਾਂ ਆਉਂਦੀਆਂ ਜੀ ਅਲਾਸਕਾ, ਐਰੀਜ਼ੋਨਾ, ਕੈਲੀਫੋਰਨੀਆ, ਹਵਾਈ, ਆਇਡਾਹੋ, ਮੋਂਟਾਨਾ, ਨਵਾਡਾ, ਔਰੇਗਨ ਤੇ ਵਾਸ਼ਿੰਗਟਨ। ਤੇ ਇਹਦੇ ਨਾਲ ਜਿਹੜਾ ਹੋਰ ਇੰਪੋਰਟੈਂਟ ਕੇਸ ਇੱਕ US ਸੁਪਰੀਮ ਕੋਰਟ ਦਾ ਹੈਗਾ ਉਹ ਹੈਗਾ ਯੂਨਾਈਟਿਡ ਸਟੇਟਸ ਵਰਸਸ ਪਾਲੋਮਾਰ ਸੈਂਟੀਆਗੋ। ਇਸ ਕੇਸ ਦੇ ਵਿੱਚ ਕੋਰਟ ਨੇ ਕਿਹਾ ਵੀ ਜੇ ਕੋਈ ਬੰਦਾ ਇੱਥੋਂ ਡਿਪੋਰਟ ਹੋਇਆ ਐਗਰੀਵੇਟਡ ਫੈਲਨੀ ਕਰਕੇ ਤੇ ਉਹ ਜਿਹੜੀ ਐਗਰੀਵੇਟਡ ਫੈਲਨੀ ਆ ਉਹ ਬਾਅਦ ਦੇ ਵਿੱਚ ਰੂਲ ਹੋ ਗਿਆ ਵੀ ਉਹ ਨਹੀਂ ਉਸ offense ਦੀ ਬਣਦੀ ਤਾਂ ਸਟਿਲ ਉਹ ਇੱਦਾਂ ਵਾਪਸ ਨਹੀਂ ਆ ਸਕਦਾ, ਉਹਨੂੰ ਸਾਰਾ ਪ੍ਰੋਸੀਜਰ ਫੋਲੋ ਕਰਨਾ ਪਏਗਾ। ਸੋ ਹੋਇਆ ਕੀ ਆ ਕਿ ਜਿਹੜੀ DUI ਆ ਜਿਹੜੇ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਆ ਉਹਨੂੰ US ਸੁਪਰੀਮ ਕੋਰਟ ਨੇ ਕਿਹਾ ਸੀ ਕਿ ਐਗਰੀਵੇਟਡ ਫੈਲਨੀ ਨਹੀਂ ਹੈਗੀ। ਤੇ ਇਹ ਬੰਦਾ ਜਿਹੜਾ ਸੀਗਾ ਇਹ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕੇਸ ਦੇ ਵਿੱਚ ਐਗਰੀਵੇਟਡ ਫੈਲਨੀ ਦੇ ਵਿੱਚ ਡਿਪੋਰਟ ਹੋਇਆ ਸੀ, ਗ੍ਰੀਨ ਕਾਰਡ ਹੋਲਡਰ ਸੀ। ਪਰ ਕਿਉਂਕਿ ਹੁਣ ਸੁਪਰੀਮ ਕੋਰਟ ਨੇ ਕਿਹਾ ਲਾਸਟ ਈਅਰ ਕਿ ਇਹ ਐਗਰੀਵੇਟਡ ਫੈਲਨੀ ਨਹੀਂ ਹੈਗੀ ਤੇ ਇਸ ਕਰਕੇ ਉਹਨੇ ਕੋਸ਼ਿਸ਼ ਕੀਤੀ ਆਉਣ ਦੀ, ਪਰ ਕੋਰਟ ਨੇ ਕਿਹਾ ਕਿ ਉਹਨੂੰ ਸਾਰਾ ਪ੍ਰੋਸੀਜਰ ਫੋਲੋ ਕਰਨਾ ਪਏਗਾ। ਉਹਦਾ ਮਤਲਬ ਇਹ ਆ ਕਿ ਜੇ ਉੱਤੇ ਕੋਈ ਡੈਪੂਟੇਸ਼ਨ ਲੱਗੀ ਆ 5 ਸਾਲ 10 ਸਾਲ ਉਹ ਪੂਰੀ ਕਰਨੀ ਪਏਗੀ ਆਉਣ ਤੋਂ ਪਹਿਲਾਂ। ਤੇ ਇਹਦੇ ਨਾਲ ਇੱਕ ਹੋਰ ਸੁਪਰੀਮ ਕੋਰਟ ਨੇ ਇੰਪੋਰਟੈਂਟ ਡਿਸੀਜਨ ਦਿੱਤਾ। ਉਹਨਾਂ ਨੇ ਇਹ ਕਿਹਾ ਵੀ ਜਿਹੜੇ TPS ਸਟੇਟਸ ਹੋਲਡਰ ਨੇ ਜਿਨ੍ਹਾਂ ਨੂੰ ਕਿ ਟੈਂਪਰਰੀ ਪ੍ਰੋਟੈਕਟਡ ਸਟੇਟਸ ਮਿਲਿਆ ਅਮਰੀਕਾ 'ਚ ਉਹ ਆਪਣੇ ਆਪ ਹੀ ਗ੍ਰੀਨ ਕਾਰਡ ਨਹੀਂ ਲੈ ਸਕਦੇ ਕਿਉਂਕਿ ਜੇ ਉਹਨਾਂ ਦੀ ਐਂਟਰੀ ਇਲੀਗਲ ਆ ਤਾਂ ਉਹਨਾਂ ਨੂੰ ਆਪਣੀ ਕੰਟਰੀ ਵਾਪਸ ਜਾਣਾ ਪੈਂਦਾ। ਇੱਥੇ ਅਮਰੀਕਾ ਦਾ ਲਾਅ ਆ ਕਿ ਜਿਹੜਾ ਬੰਦਾ ਇੱਥੇ ਇਲੀਗਲੀ ਐਂਟਰ ਹੁੰਦਾ, ਵਿਜ਼ਟਰ ਵੀਜ਼ੇ 'ਤੇ ਨਹੀਂ ਆਉਂਦਾ ਜਾਂ ਸਟੂਡੈਂਟ ਵੀਜ਼ੇ 'ਤੇ ਨਹੀਂ ਆਉਂਦਾ ਜਾਂ H1 'ਤੇ ਨਹੀਂ ਆਉਂਦਾ, ਉੱਦਾਂ ਹੀ ਬਾਰਡਰ ਕ੍ਰਾਸ ਕੇ ਆ ਜਾਂਦਾ, ਉਹੋ ਜਿਹਾ ਜਿਹੜਾ ਬੰਦਾ ਆ ਉਹ ਜੇ ਇੱਥੇ ਆਪਣਾ ਸਟੇਟਸ ਐਡਜਸਟ ਕਰਨਾ ਚਾਹੁੰਦਾ ਵਿਆਹ ਦੀ ਬੇਸ 'ਤੇ ਜਾਂ ਆਪਣੇ ਬੱਚੇ ਸਿਟੀਜ਼ਨ ਹੋ ਗਏ 21 ਸਾਲ ਤੋਂ ਉੱਪਰ ਉਹਨਾਂ ਦੀ ਬੇਸ 'ਤੇ ਤਾਂ ਉਹਨੂੰ ਆਪਣੀ ਕੰਟਰੀ ਵਾਪਸ ਜਾਣਾ ਪੈਂਦਾ। ਹੁਣ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ TPS ਹੋਲਡਰ ਨੇ ਜਿਨ੍ਹਾਂ ਨੂੰ ਕਿ ਟੈਂਪਰਰੀ ਪ੍ਰੋਟੈਕਟਡ ਸਟੇਟਸ ਮਿਲਿਆ ਉਹਨਾਂ ਨੂੰ ਵੀ ਆਪਣੀ ਕੰਟਰੀ ਜਾਣਾ ਪਏਗਾ। ਇੱਥੇ ਰਹਿ ਕੇ ਉਹ ਗ੍ਰੀਨ ਕਾਰਡ ਨਹੀਂ ਲੈ ਸਕਦੇ ਜੇ ਉਹਨਾਂ ਦੀ ਐਂਟਰੀ ਇਲੀਗਲ ਹੈ।
ਸੋ ਇਹਦੇ ਨਾਲ ਜਿਹੜੀ ਹੋਰ ਇੱਕ ਇੰਪੋਰਟੈਂਟ ਖਬਰ ਹੈ ਉਹ ਇਹ ਹੈਗੀ ਆ ਕਿ ਜਿਹੜਾ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਆ ਉਹ ਦੁਬਾਰਾ ਹੁਣ ਸ਼ੁਰੂ ਕਰ ਦਿੱਤਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ। ਉਹਦਾ ਮਤਲਬ ਇਹ ਆ ਕਿ ਜਿਹੜੇ ਹੁਣ ਸਰਕਾਰੀ ਵਕੀਲ ਨੇ, ਗਵਰਨਮੈਂਟ ਦੇ ਵਕੀਲ ਹੁੰਦੇ ਨੇ, ਉਹ ਡਿਸਾਈਡ ਕਰ ਸਕਣਗੇ ਕਿ ਉਹਨਾਂ ਨੇ ਕਿਹੜੇ ਕੇਸਾਂ 'ਚ ਜਿਹੜੀ ਹੈਗੀ ਆ ਉਹ ਆਪਣਾ ਪ੍ਰੋਸੀਕਿਊਟ ਕਰਕੇ ਡੈਪੂਟੇਸ਼ਨ ਲਾਉਣੀ ਆ ਤੇ ਕਿਹੜੇ ਕੇਸਾਂ 'ਚ ਨਹੀਂ ਲਾਉਣੀ, ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਹੁੰਦਾ ਇਹ ਦੇਖਣਾ ਵੀ ਕਿਹੜੇ ਕੇਸ ਉਹਨਾਂ ਨੇ ਪ੍ਰੋਸੀਕਿਊਟ ਕਰਨੇ ਆ। ਇਹ ਜਿਹੜੀ ਪਾਲਿਸੀ ਆ ਇਹ ਪਹਿਲਾਂ ਓਬਾਮਾ ਐਡਮਿਨਿਸਟ੍ਰੇਸ਼ਨ ਵੇਲੇ ਕਾਫੀ ਜ਼ਿਆਦਾ ਚੱਲਦੀ ਸੀ, ਲੇਕਿਨ ਟਰੰਪ ਨੇ ਇਹ ਪਾਲਿਸੀ ਬੰਦ ਕਰਤੀ ਸੀਗੀ ਤੇ ਹੁਣ ਉਹ ਪਾਲਿਸੀ ਦੁਬਾਰਾ ਫੇਰ ਰਿਸਟੋਰ ਕਰ ਦਿੱਤੀ ਗਈ ਆ। ਤੇ ਉਹਦੇ ਵਿੱਚ ਹੁਣ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਦੇ ਹੱਥ ਦੇ ਵਿੱਚ ਇਹ ਪਾਵਰ ਹੋਏਗੀ, ਇਹ ਡਿਸਕ੍ਰੈਸ਼ਨ ਹੋਏਗੀ, ਇਹ ਦੇਖਣਾ ਕਿ ਕਿਹਨੂੰ ਪ੍ਰੋਸੀਕਿਊਟ ਕਰਨਾ, ਕਿਹਨੂੰ ਡੈਪੂਟੇਸ਼ਨ ਪ੍ਰੋਸੀਡਿੰਗ 'ਚ ਪਾਉਣਾ, ਕਿਹਦਾ ਕੇਸ ਪਰਸਿਊ ਕਰਨਾ, ਕਿਹਦਾ ਨਹੀਂ ਕਰਨਾ। ਸੋ ਜਿਹੜੇ ਕੇਸ ਜ਼ਿਆਦਾ ਪ੍ਰਾਇਓਰਟੀ ਦੇ ਹੋਣਗੇ ਉਹੀ ਹੋਣਗੇ ਜਿਹੜੇ ਬੰਦਿਆਂ ਨੇ ਕ੍ਰਾਈਮ ਕੀਤੇ ਨੇ ਜਾਂ ਜਿਹੜੇ ਰੀਸੈਂਟ ਆਏ ਨੇ ਜਾਂ ਜਿਹੜੇ ਕਿ ਅਮਰੀਕਨ ਸਿਕਿਉਰਿਟੀ ਨੂੰ ਥ੍ਰੈਟ ਨੇ। ਪਰ ਜਿਹੜੇ ਬੰਦੇ ਕਾਫੀ ਦੇਰ ਤੋਂ ਰਹਿ ਰਹੇ ਨੇ, ਉਹਨਾਂ ਦੀਆਂ ਇੱਥੇ ਟਾਈਜ਼ ਨੇ ਯੂਐਸ ਦੇ ਨਾਲ, ਉਹਨਾਂ ਦੇ ਹਸਬੈਂਡ ਵਾਈਫ ਜਾਂ ਬੱਚੇ ਸਿਟੀਜ਼ਨ ਨੇ ਜਾਂ ਭੈਣ ਭਰਾ ਸਿਟੀਜ਼ਨ ਨੇ, ਜਾਂ ਉਹ ਇੱਥੇ ਮਤਲਬ ਕੰਮ ਕਰਦੇ ਨੇ, ਕੋਈ ਕ੍ਰਾਈਮ ਵਗੈਰਾ ਨਹੀਂ ਕੀਤਾ, ਜਾਂ ਜਿਨ੍ਹਾਂ ਦੀ ਕੋਈ ਏਜ ਜ਼ਿਆਦਾ ਹੁੰਦੀ ਆ, ਉਹੋ ਜਿਹੇ ਬੰਦਿਆਂ ਨੂੰ ਇੱਥੋਂ ਡਿਪੋਰਟ ਨਹੀਂ ਕੀਤਾ ਜਾਏਗਾ, ਉਹਨਾਂ ਨੂੰ ਡੈਪੂਟੇਸ਼ਨ ਪ੍ਰੋਸੀਡਿੰਗ ਦੇ ਵਿੱਚ ਨਹੀਂ ਪਾਇਆ ਜਾਏਗਾ। ਇਹਦੇ ਨਾਲ ਜਿਹੜੀਆਂ ਜੁਆਇੰਟ ਮੋਸ਼ਨਸ ਨੇ, ਕਈ ਕੇਸਾਂ ਸਾਨੂੰ ਜੁਆਇੰਟ ਮੋਸ਼ਨ ਕਰਨੀ ਪੈਂਦੀ ਆ ਵੀ ਸਰਕਾਰੀ ਵਕੀਲ ਦੇ ਨਾਲ ਰੀਓਪਨ ਕਰਨ ਲਈ ਕੇਸ, ਖਾਸ ਕਰਕੇ ਉਹ ਕੇਸਾਂ 'ਚ ਜਿੱਥੇ ਯੂਐਸ ਸਿਟੀਜ਼ਨ ਦੇ ਨਾਲ ਮੈਰਿਜ ਦੇ ਕੇਸ ਹੁੰਦੇ ਆ। ਸੋ ਉਹਨਾਂ ਕੇਸਾਂ ਦੇ ਵਿੱਚ ਵੀ ਉਹ ਕਹਿੰਦੇ ਆ ਵੀ ਹੁਣ ਉਹ ਜੁਆਇਨ ਕਰਨਗੇ। ਅੱਗੇ ਪਹਿਲਾਂ ਟਰੰਪ ਨੇ ਉਹ ਬੰਦ ਕੀਤਾ ਹੋਇਆ ਸੀਗਾ। ਤੇ ਜਿਹੜੇ ਬੰਦਿਆਂ ਤੇ ਲੱਗੀ ਆ ਡੈਪੂਟੇਸ਼ਨ, ਉਹਨਾਂ ਕੇਸਾਂ ਦੇ ਵਿੱਚ ਉਹਨਾਂ ਨੇ ਵਿਆਹ ਕਰਾਏ ਨੇ ਸਿਟੀਜ਼ਨ ਨਾਲ ਤੇ ਉਹ ਆਪਣਾ ਕੇਸ ਰੀਓਪਨ ਕਰਾਉਣਾ ਚਾਹੁੰਦੇ ਆ। ਤੇ ਜੁਆਇੰਟ ਮੋਸ਼ਨਸ ਜਿਹੜੀਆਂ ਉਹਨਾਂ ਬਾਰੇ ਵੀ ਇੱਕ ਵੱਖਰਾ ਮੈਮੋ ਇਸ਼ੂ ਕੀਤਾ ਜਾਏਗਾ, ਉਹਦੇ ਵਿੱਚ ਵੀ ਉਹ ਕਹਿੰਦੇ ਫਲੈਕਸੀਬਿਲਿਟੀ ਕਰਨ ਜਾ ਰਹੇ ਨੇ। ਸੋ ਇਹ ਬੜੀ ਇੰਪੋਰਟੈਂਟ ਤੇ ਚੰਗੀ ਖਬਰ ਆ ਉਹਨਾਂ ਬੰਦਿਆਂ ਲਈ ਜਿਨ੍ਹਾਂ ਦੇ ਕੇਸ ਕੋਰਟਾਂ ਦੇ ਵਿੱਚ ਚੱਲਦੇ ਨੇ। ਸੋ ਇਹ ਤਾਂ ਸੀ ਤੁਹਾਡੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਇੰਪੋਰਟੈਂਟ ਖਬਰਾਂ। ਤੇ ਹੁਣ ਸਮਾਂ ਹੋ ਗਿਆ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦਾ। ਤੇ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਵੀਜ਼ਾ ਬੁਲਟਨ ਪੜ੍ਹ ਕੇ ਸੁਣਾ ਦਿੰਦਾ ਜਿਹੜਾ ਜੂਨ ਦਾ ਆਇਆ। ਇਹਦੇ ਵਿੱਚ ਜਿਹੜੀ F4 ਕੈਟੇਗਰੀ ਆ ਭਰਾ ਭੈਣ ਦੀ ਯੂਐਸ ਸਿਟੀਜ਼ਨ ਦੀ, ਉੱਥੇ ਚੱਲ ਰਿਹਾ ਜੀ 8 ਮਈ 2005। F3 ਕੈਟੇਗਰੀ ਆ ਯੂਐਸ ਸਿਟੀਜ਼ਨ ਦੇ ਮੈਰਿਡ ਬੱਚਿਆਂ ਦੀ, ਉੱਥੇ ਚੱਲ ਰਿਹਾ 1 ਸਤੰਬਰ 2008। F2B ਕੈਟੇਗਰੀ ਹੈਗੀ ਆ ਗ੍ਰੀਨ ਕਾਰਡ ਹੋਲਡਰ ਦੇ ਓਵਰ 21 ਬੱਚੇ ਜਿਹੜੇ 21 ਸਾਲ ਤੋਂ ਉੱਪਰ ਆ, ਉਹ ਚੱਲ ਰਿਹਾ ਜੀ 22 ਅਗਸਤ 2015। F2A ਕੈਟੇਗਰੀ ਆ ਜਿਹੜੇ ਗ੍ਰੀਨ ਕਾਰਡ ਹੋਲਡਰਸ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ ਆ, ਉਹ ਕਰੰਟ ਹੈ। F1 ਕੈਟੇਗਰੀ ਆ 1 ਨਵੰਬਰ 2014 ਤੇ ਇਹ ਹੁਣ ਚੱਲ ਰਿਹਾ। ਪਰ ਜਿਹੜੇ ਕੇਸਾਂ ਦੇ ਵਿੱਚ ਇਮੀਗ੍ਰੇਸ਼ਨ ਜਿਹੜੀ NVC ਆ ਉਹ ਪੇਪਰ ਮੰਗ ਰਹੀ ਆ, ਕਿਉਂਕਿ ਜੋ ਤੁਹਾਡੀ ਪ੍ਰਾਇਓਰਟੀ ਡੇਟ ਕਰੰਟ ਹੋਣ ਵਾਲੀ ਹੁੰਦੀ ਆ ਤੁਹਾਡੇ ਤੋਂ ਵੀਜ਼ਾ ਫੀਸਾਂ ਮੰਗਦੇ ਨੇ, ਐਫੀਡੇਵਿਟ ਆਫ ਸਪੋਰਟ ਮੰਗਦੇ ਆ, ਜਿਹੜੀ ਪੁਲਿਸ ਕਲੀਅਰੈਂਸ, ਪਾਸਪੋਰਟ ਕਲੀਅਰੈਂਸ ਰਿਪੋਰਟਾਂ ਮੰਗਦੇ ਆ, ਉਹ ਡੇਟਾਂ ਹੈਗੀਆਂ। F4 ਕੈਟੇਗਰੀ ਭੈਣ ਭਰਾ ਕੈਟੇਗਰੀ ਆ 1 ਦਸੰਬਰ 2005। F3 ਕੈਟੇਗਰੀ ਜਿਹੜੀ ਮੈਰਿਡ ਬੱਚੇ ਆ ਯੂਐਸ ਸਿਟੀਜ਼ਨ ਦੇ, ਉਹ ਹੈਗੀ ਆ 1 ਅਗਸਤ 2009। F2B ਕੈਟੇਗਰੀ ਆ ਅਨਮੈਰਿਡ ਬੱਚੇ 21 ਸਾਲ ਤੋਂ ਉੱਪਰ ਗ੍ਰੀਨ ਕਾਰਡ ਹੋਲਡਰਸ, ਉਹ ਹੈਗੇ 15 ਅਗਸਤ 2016। F2A ਕੈਟੇਗਰੀ ਆ 1 ਮਈ 2021 ਤੇ F1 ਕੈਟੇਗਰੀ ਚੱਲ ਰਹੀ ਆ 1 ਮਾਰਚ 2016। ਥੋੜ੍ਹੀਆਂ ਜਿਹੀਆਂ ਇਹ ਕੈਟੇਗਰੀਆਂ ਮੂਵ ਹੋਈਆਂ ਨੇ, ਜ਼ਿਆਦਾ ਦਿਨ ਨਹੀਂ ਮੂਵ ਹੋਈਆਂ। ਉਹਦਾ ਕਾਰਨ ਇਹ ਰਿਹਾ ਕਿ ਜਿਹੜੀ ਇੰਡੀਆ ਦੇ ਵਿੱਚ ਮੁੰਬਈ ਐਮਬੈਸੀ ਆ ਉਹਨੇ ਅਪ੍ਰੈਲ ਤੇ ਮਈ ਦੇ ਵਿੱਚ ਡੇਟਾਂ ਆਪਣੀਆਂ ਸਾਰੀਆਂ ਕੈਂਸਲ ਕਰਤੀਆਂ ਸੀ, ਉਹਦੇ ਕਰਕੇ ਡੇਟਾਂ ਜ਼ਿਆਦਾ ਮੂਵ ਨਹੀਂ ਹੋਈਆਂ। ਪਰ ਅੱਗੇ ਦੇਖਦੇ ਹਾਂ ਕਿਵੇਂ ਮੂਵ ਹੁੰਦੀਆਂ। ਸੋ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਨੇ ਉਹ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ। ਤੇ ਪਹਿਲਾ ਸਵਾਲ ਹੈ ਜੀ, ਉਹਨਾਂ ਨੇ ਕਿਹਾ ਕਿ ਜੇ ਮੇਰੀ ਵਾਈਫ ਪ੍ਰੈਗਨੈਂਟ ਹੋਵੇ ਤਾਂ ਕੈਂਪ 'ਚ ਕਿੰਨਾ ਟਾਈਮ ਰੱਖਦੇ ਨੇ ਤੇ ਕਪਲ ਨੂੰ ਕਿਵੇਂ ਛੱਡਦੇ। ਮੈਂ ਇਹਦੇ ਬਾਰੇ ਹੁਣੇ ਹੀ ਤੁਹਾਨੂੰ ਪਾਲਿਸੀ ਦੱਸ ਕੇ ਹਟਿਆ ਕਿ ਅਮਰੀਕਾ ਨੇ ਪਾਲਿਸੀ ਇਹ ਕੀਤੀ ਵੀ ਆਹ ਫਰਾਈਡੇ ਤੋਂ ਬਾਅਦ ਜਿਹੜੇ ਬੰਦੇ ਆਉਣਗੇ ਉਹਨਾਂ ਨੂੰ ਫਾਸਟ ਟਰੈਕ ਤਰੀਕੇ ਦੇ ਨਾਲ ਡੀਲ ਕੀਤਾ ਜਾਊਗਾ ਤੇ 300 ਦਿਨਾਂ ਦੇ ਵਿੱਚ ਉਹਨਾਂ ਦੇ ਕੇਸ ਦਾ ਫੈਸਲਾ ਹੋਊਗਾ। ਛੱਡਣ ਦੀ ਗੱਲ ਉਹਦੇ 'ਚ ਨਹੀਂ ਕਹੀ ਗਈ, ਉਹ ਉਹਨਾਂ ਦੀ ਮਰਜ਼ੀ ਆ। ਜਿਹੜਾ ਉੱਥੇ ਅਫਸਰ ਹੁੰਦਾ, ਆਮ ਤੌਰ 'ਤੇ ਜਿਹੜੇ ਬੱਚਿਆਂ ਦੇ ਨਾਲ ਲੋਕ ਆਉਂਦੇ ਨੇ ਜਾਂ ਜਿਵੇਂ ਤੁਸੀਂ ਕਿਹਾ ਵੀ ਕੋਈ ਪ੍ਰੈਗਨੈਂਟ ਹੋਵੇ ਉਹਨਾਂ ਨੂੰ ਮੇਰਾ ਖਿਆਲ ਆ 72 ਘੰਟੇ ਦੇ ਵਿੱਚ ਰਿਲੀਜ਼ ਕਰ ਦਿੰਦੇ ਆ। ਪਰ ਜਿਹੜੇ 18 ਸਾਲ ਤੋਂ ਉੱਪਰ ਆਉਂਦੇ ਆ ਉਹਨਾਂ ਨੂੰ ਉਹ ਕ੍ਰੈਡੀਬਲ ਫੀਅਰ ਵਗੈਰਾ 'ਚੋਂ ਲੰਘਣਾ ਪੈਂਦਾ, ਕਾਫੀ ਉਹਨੂੰ ਟਾਈਮ ਲੱਗਦਾ। ਉਦੋਂ ਬਾਅਦ ਅਗਲਾ ਸਵਾਲ ਹੈ ਜੀ, ਉਹ ਕਹਿ ਰਿਹਾ ਕਿ F4 ਕੈਟੇਗਰੀ 2004 ਚ ਲਾਇਆ ਸੀ, 19 ਚ ਇੰਟਰਵਿਊ ਹੋਈ, ਫਿਰ 221G ਇਸ਼ੂ ਕਰਤਾ, ਕੁਝ ਜਿਹੜੇ ਡਾਕੂਮੈਂਟ ਰਿਕੁਐਸਟ ਕੀਤੇ ਉਹ ਅਸੀਂ ਸਬਮਿਟ ਕਰਤੇ ਆ ਤੇ ਹੁਣ 2 ਸਾਲ ਹੋ ਗਏ, ਅਜੇ ਤੱਕ ਮਤਲਬ ਜਿਹੜਾ ਹੈਗਾ ਉਹ ਸਾਡਾ ਕੋਈ ਡਿਸੀਜਨ ਨਹੀਂ ਆਇਆ। ਦੇਖੋ ਇਹਦਾ ਕਾਰਨ ਇੱਕ ਇਹ ਵੀ ਹੋ ਸਕਦਾ ਕਿ ਬੈਨ ਲੱਗਿਆ ਸੀ ਇਸ ਕੈਟੇਗਰੀ ਤੇ, 1 ਸਾਲ ਦਾ ਟਰੰਪ ਨੇ ਬੈਨ ਲਾ ਕੇ ਰੱਖਿਆ, ਉਹ ਬੈਨ ਹੁਣ ਫਰਵਰੀ 'ਚ ਖੁੱਲ੍ਹਿਆ, ਉੱਤੋਂ ਹੁਣ ਜਿਹੜਾ ਹੈਗਾ ਉਹ ਉੱਥੇ ਇੰਟਰਵਿਊਆਂ ਕੈਂਸਲ ਹੋ ਰਹੀਆਂ ਨੇ, ਇਹਦੇ ਕਰਕੇ ਡਿਲੇ ਆ। ਬਾਕੀ ਜੇ ਤੁਸੀਂ ਮੈਨੂੰ ਆਪਣਾ ਸਾਰੀ ਇਨਫੋਰਮੇਸ਼ਨ ਡਿਟੇਲ 'ਚ ਭੇਜ ਦਿਓ ਤੇ ਮੈਂ ਪਤਾ ਕਰਕੇ ਉੱਥੋਂ ਜਿਹੜਾ ਦੇਖ ਸਕਦਾ। ਮੈਨੂੰ ਈਮੇਲ ਕਰ ਦਿਓ jpsinghtani@gmail ਜਾਂ ਮੈਨੂੰ ਫੋਨ ਕਰ ਲਓ 9179154142, ਇੱਥੇ ਮੈਨੂੰ ਟੈਕਸਟ ਕਰ ਦਿਓ।
तो एक होर सवाल है जी, वो कह रहे हैं कि मेरी वाइफ US सिटीजन है, NBC ने सानू केस नंबर देता, सारे डॉकूमेंट उन्होंने मिल गए ने, फीसा भी मिल गई 4 जनवरी 21 तो उन्होंने रिव्यू कर लिया तो स्टिल वेट कर रहे, जो इंटरव्यू डेट नहीं आई। देखो इंटरव्यू डेट्स ਜਿਹੜੀਆਂ ਨੇ ਉਹ ਆ ਰਹੀਆਂ ਨੇ, ਪਰ ਹੁਣ April ਤੇ ਮਈ ਦੀਆਂ ਤਾਂ ਕੈਂਸਲ ਹੋ ਗਈਆਂ, ਜਿਹੜੀਆਂ ਪਹਿਲਾਂ ਆਈਆਂ ਸੀਗੀਆਂ। ਹੁਣ ਦੇਖਦੇ ਹਾਂ ਜੂਨ ਕਿਵੇਂ ਚੱਲਦਾ, ਤੈਨੂੰ ਟਾਈਮ ਲੱਗੇਗਾ, ਪਰ ਤੁਸੀਂ ਇਹਦੇ ਬਾਰੇ ਉੱਥੇ ਪਤਾ ਕਰਦੇ ਰਹੋ। ਅਗਲਾ ਉਹਨਾਂ ਨੇ ਪੁੱਛਿਆ ਕਿ ਨੌਨ ਇਮੀਗ੍ਰੈਂਟ ਵੀਜ਼ਾ ਕਦੋਂ ਸਟਾਰਟ ਹੋਏਗਾ। ਅਜੇ ਨਹੀਂ ਜੀ ਕੁਝ ਕਹਿ ਸਕਦੇ, ਅਜੇ ਜਦ ਤੱਕ ਕਰੋਨਾ ਦੀ ਪੋਜੀਸ਼ਨ ਬੈਟਰ ਨਹੀਂ ਹੁੰਦੀ, ਇਹਨੂੰ ਟਾਈਮ ਲੱਗ ਸਕਦਾ। ਉਦੋਂ ਬਾਅਦ ਹੋਰ ਸਵਾਲ ਹੈ ਜੀ, ਉਹ ਕਹਿ ਰਹੇ ਆ ਕਿ F3 ਤੇ F4 ਕੈਟੇਗਰੀਆਂ ਜਿਹੜੀਆਂ ਨੇ ਇਹ ਜਿਹੜਾ ਇਹਨੂੰ ਕਲੀਅਰ ਕਰਨ ਵਾਸਤੇ ਬੈਕਲੌਗ ਜ਼ਿਆਦਾ ਅੰਬੈਸੀਆਂ ਇੰਡੀਆ 'ਚ ਇੰਟਰਵਿਊ ਕੰਡਕਟ ਕਰਨੀਆਂ ਚਾਹੀਦੀਆਂ। ਇਹ ਠੀਕ ਹੈ ਜੀ, ਮੈਂ ਸਹਿਮਤ ਹਾਂ ਕਿ ਜਿਹੜੀ ਮੁੰਬਈ ਅੰਬੈਸੀ ਆ ਬਹੁਤ ਦੂਰ ਪੈਂਦੀ ਆ, ਕਿਉਂਕਿ ਜਿਹੜੇ ਖਾਸ ਕਰਕੇ ਆਪਣੇ ਪੰਜਾਬ ਵਾਲੇ ਉਹਨਾਂ ਨੂੰ ਦਿੱਲੀ ਠੀਕ ਸੀਗਾ। ਇੱਦਾਂ ਹੀ ਜਿਹੜਾ ਹੈਗਾ ਜ਼ਿਆਦਾ, ਜਿਵੇਂ ਹੁਣ ਦਿੱਲੀ ਕਨਵੀਨੀਅੰਟ ਆ, ਹੋ ਸਕਦਾ ਚੰਡੀਗੜ੍ਹ ਅੰਬੈਸੀ ਬਣਾਈ ਜਾਵੇ, ਹੋਰ ਵੀ ਵਧੀਆ, ਅਤੇ ਐਡੀ ਦੂਰ ਜਾਣਾ ਪੈਂਦਾ। ਪਰ ਜਿਹੜਾ ਇਹ ਬੈਕਲੌਗ ਹੈ ਇਕੱਲਾ ਅੰਬੈਸੀਆਂ ਕਰਕੇ ਨਹੀਂ ਹੈਗਾ, ਇਹ ਵੀਜ਼ਾ ਨੰਬਰਸ ਕਰਕੇ ਵੀ ਆ। ਉਹ ਜਿਹੜੀ US ਕਾਂਗਰਸ ਆ ਉਹ ਵੀਜ਼ਾ ਨੰਬਰ ਰੱਖਦੀ ਆ ਹਰ ਸਾਲ, ਇਹ ਵੀਜ਼ਾ ਨੰਬਰ ਘੱਟ ਹੁੰਦੇ ਨੇ, ਐਪਲੀਕੈਂਟ ਜ਼ਿਆਦਾ, ਉਹਦੇ ਕਰਕੇ ਡਿਲੇ ਹੁੰਦੀ ਆ। ਕੁਛ ਜਿਹੜੀ ਪਿਛਲੀ ਐਡਮਿਨਿਸਟ੍ਰੇਸ਼ਨ ਸੀ ਟਰੰਪ ਦੀ, ਉਹਦੇ ਵੇਲੇ ਵੀ ਬਹੁਤ ਡਿਲੇ ਹੋਈ ਹੈ, ਜਿਵੇਂ ਉਹਨੇ ਬੈਨ ਲਾਤਾ ਜਾਂ ਉਹਨੇ ਕਈ ਸ਼ਰਤਾਂ ਲਾਈਆਂ, ਪਬਲਿਕ ਚਾਰਜ ਰੂਲ ਲਾਤਾ, ਉਹਨੇ ਕਾਫੀ ਜ਼ਿਆਦਾ ਇਹਦੇ ਵਿੱਚ ਰੁਕਾਵਟ ਪੈਦਾ ਕੀਤੀ ਸੀ, ਪਰ ਹੁਣ ਉਹ ਦੂਰ ਹੋ ਰਹੀ ਆ। ਉਸ ਤੋਂ ਬਾਅਦ ਇੱਕ ਹੋਰ ਸਵਾਲ ਹੈ ਜੀ ਕਿ F4 ਦਾ ਕੇਸ ਅਸੀਂ ਅਗਸਤ 2007 'ਚ ਅਪਲਾਈ ਕੀਤਾ ਸੀ, ਮਈ 10 'ਚ ਅਪਰੂਵ ਹੋ ਗਿਆ, ਅਤੇ ਸਾਡੇ ਕੋਲ B1 B2 ਵੀਜ਼ਾ, ਅਸੀਂ ਇੱਥੇ ਸਟੇਟਸ ਚੇਂਜ ਕਰ ਸਕਦੇ ਹਾਂ। ਨਹੀਂ ਜੀ, ਤੁਸੀਂ B1 B2 ਤੇ ਆ ਕੇ ਜਾ ਸਕਦੇ ਹੋ, ਪਰ ਇੱਥੇ ਨਹੀਂ ਰਹਿ ਸਕਦੇ ਜੀ। ਇੱਥੇ ਰਹਿ ਕੇ ਓਵਰਸਟੇ ਕਰਕੇ ਤੁਹਾਨੂੰ ਇਹਦੇ ਵਿੱਚ ਕੁਛ ਵੀ ਹਾਸਲ ਨਹੀਂ ਹੋਣਾ। ਅਤੇ ਇੱਕ ਸਵਾਲ ਹੈ ਜੀ ਕਿ ਮੁੰਬਈ ਅੰਬੈਸੀ ਜਿਹੜੀ ਆ ਉਹ ਇਮੀਗ੍ਰੈਂਟ ਵੀਜ਼ੇ ਲਈ ਖੁੱਲ੍ਹ ਗਈ ਆ, ਅਤੇ ਹੁਣ ਦੱਸੋ ਵੀ ਕਦੋਂ ਇੰਟਰਵਿਊ ਹੋਣਗੀਆਂ। ਦੇਖੋ ਇਸ ਤਰ੍ਹਾਂ ਆ ਕਿ ਇਹ April ਮਈ 'ਚ ਬੰਦ ਸੀ, ਹੁਣ ਜੂਨ ਤੋਂ ਖੁੱਲ੍ਹ ਗਈ ਆ, ਅਤੇ ਹੁਣ ਦੇਖੋ ਕਿਵੇਂ ਸ਼ੁਰੂ ਕਰਦੇ ਆ। ਉਹਨਾਂ ਦੀ ਪਹਿਲੀ ਪ੍ਰਾਇਓਰਟੀ ਤਾਂ ਹਸਬੈਂਡ ਵਾਈਫ ਦੇ ਜਿਹੜੇ ਕੇਸ ਹੁੰਦੇ ਸਿਟੀਜ਼ਨ ਦੇ ਉਹ ਹੁੰਦੇ ਆ, ਲੇਕਿਨ ਜਿਹੜੇ ਦੂਜੇ ਨੇ ਉਹ ਵੀ ਕਰਨਗੇ। ਅਤੇ ਹੁਣ ਜੂਨ ਤੋਂ ਹੋਪਫੁਲੀ ਜਿਹੜੀ ਅੰਬੈਸੀ ਆ ਉਹ ਖੁੱਲ੍ਹੀ ਆ, ਅਤੇ ਹੁਣ ਦੇਖਦੇ ਹਾਂ ਕਿੰਨੀ ਕੁ ਤੇਜ਼ ਚੱਲਦਾ ਕੰਮ। F3 ਕੈਟੇਗਰੀ 'ਚ 2009 'ਚ ਕਹਿੰਦੇ ਅਪਲਾਈ ਕੀਤਾ, ਇੰਟਰਵਿਊ ਕਦੋਂ ਆਏਗੀ। ਦੇਖੋ ਮੈਂ ਹੁਣੇ ਦੱਸ ਕੇ ਹਟਿਆ ਕਿ F3 ਚੱਲ ਰਿਹਾ ਜੀ 1 ਸਤੰਬਰ 2008, ਅਤੇ ਇਹਨੂੰ ਟਾਈਮ ਲੱਗੇਗਾ ਜੀ। F4 ਕੈਟੇਗਰੀ 2006 'ਚ ਅਪਲਾਈ ਕੀਤਾ ਸੀ, ਅਤੇ ਉਹ ਕਹਿੰਦੇ ਆ ਕਿ ਮੈਰਿਜ ਸਰਟੀਫਿਕੇਟ ਅਤੇ ਡੇਟ ਆਫ ਬਰਥ ਗਲਤ ਆ, ਠੀਕ ਕਰਵਾ ਲਈ ਆ, ਅਤੇ ਅੰਬੈਸੀ ਮੈਰਿਜ ਸਰਟੀਫਿਕੇਟ ਅਤੇ ਜਿਹੜੀ ਡੇਟ ਆਫ ਬਰਥ ਹੈਗੀ ਆ ਉੱਥੇ ਮੰਗਦੀ ਆ, ਅਤੇ ਇਹਨੂੰ ਅਸੀਂ ਮਤਲਬ ਕਿੰਨੀ ਕੁ ਇੰਪੋਰਟੈਂਟ ਆ। ਦੇਖੋ ਇਸ ਤਰ੍ਹਾਂ ਆ ਕਿ ਜਿਹੜੀ ਡੇਟ ਆਫ ਬਰਥ ਹੈਗੀ ਆ ਉਹ ਤੁਹਾਨੂੰ ਮੈਰਿਜ ਸਰਟੀਫਿਕੇਟ ਠੀਕ ਕਰਾਉਣੀ ਪੈਂਦੀ ਆ, ਪਰ ਕਈ ਵਾਰੀ ਮੈਰਿਜ ਸਰਟੀਫਿਕੇਟ ਠੀਕ ਕਰਾਉਣਾ ਬਹੁਤ ਔਖਾ, ਟਾਈਮ ਲੱਗਦਾ, ਪਰ ਉਹ ਤੁਸੀਂ ਕਰਾ ਲਓ ਬੈਟਰ ਆ, ਕਿਉਂਕਿ ਜਿਹੜਾ ਮੈਰਿਜ ਸਰਟੀਫਿਕੇਟ ਅਤੇ ਡੇਟ ਆ ਜਿਹੜੀ ਬਰਥ ਸਰਟੀਫਿਕੇਟ 'ਤੇ ਆ ਪਾਸਪੋਰਟ 'ਤੇ ਉਹ ਸੇਮ ਚਾਹੀਦੀ ਆ। ਉਦੋਂ ਬਾਅਦ ਜੀ ਹੋਰ ਸਵਾਲ ਹੈ ਜੀ, ਉਹ ਇਹ ਕਹਿ ਰਹੇ ਨੇ ਕਿ ਮੇਰੀ ਡਾਟਰ ਅਮਰੀਕਾ 'ਚ USA ਦੇ ਵਿੱਚ ਹੈਗੀ ਆ ਸਿਟੀਜ਼ਨ, ਉਹਨੇ ਸਾਡਾ ਅਪਲਾਈ ਕੀਤਾ December 2020 'ਚ, ਕਿੰਨਾ ਟਾਈਮ ਲੱਗੂਗਾ। ਟਾਈਮ ਲੱਗੂਗਾ ਜੀ ਅਜੇ, ਕਿਉਂਕਿ ਇਹਨੂੰ ਤਾਂ ਅੱਜ ਕੱਲ੍ਹ ਕਾਫੀ ਟਾਈਮ ਲੱਗ ਰਿਹਾ, ਅਤੇ ਅਜੇ December ਕੀਤਾ 6 ਮਹੀਨੇ ਹੀ ਹੋਏ ਆ, ਅਤੇ ਹੋ ਸਕਦਾ 3-4 ਮਹੀਨੇ ਹੋਰ ਲੱਗ ਜਾਣ, ਜ਼ਿਆਦਾ ਵੀ ਲੱਗ ਸਕਦੇ ਆ। ਇੱਕ ਹੋਰ ਸਵਾਲ ਹੈ ਜੀ ਕਿ ਟੂਰਿਸਟ ਵੀਜ਼ੇ ਦੀ ਐਂਟਰੀ ਕਦੋਂ ਲਾਗੂ ਹੋਵੇਗੀ। ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ, ਇਹ ਜਦੋਂ ਹਾਲਾਤ ਇੰਪਰੂਵ ਹੋਣਗੇ ਕਰੋਨਾ ਦੇ ਉਸ ਤੋਂ ਬਾਅਦ ਹੀ ਹੋ ਸਕਦੀ ਆ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਮੈਂ ਗ੍ਰੀਨ ਕਾਰਡ ਅਪਲਾਈ ਕੀਤਾ ਹੋਇਆ, ਕੇਸ ਸਟੇਟਸ ਚੈੱਕ ਕੀਤਾ ਅਤੇ ਮੇਰੇ ਫਿੰਗਰਪ੍ਰਿੰਟ ਪਹਿਲਾਂ ਵਾਲੇ ਚੱਕ ਲਏ। ਹਾਂਜੀ, ਅਕਸਰ ਹੁੰਦਾ ਜੀ ਕਿ ਜਿਹਨਾਂ ਨੂੰ ਫਿੰਗਰਪ੍ਰਿੰਟ ਦੀ ਨਹੀਂ ਲੋੜ, ਉਹਨਾਂ ਕੋਲ ਸਿਸਟਮ 'ਚ ਹੈਗੇ ਕਰੰਟ, ਤਾਂ ਉਹ ਪਹਿਲਾਂ ਵਾਲੇ ਲੈ ਲੈਂਦੇ ਆ, ਸੋ ਤੁਹਾਨੂੰ ਫਿੰਗਰਪ੍ਰਿੰਟ ਕਰਾਉਣ ਦੀ ਲੋੜ ਨਹੀਂ। ਜਿਹਨਾਂ ਨੂੰ ਨਹੀਂ ਕਿ ਲੋੜ ਹੋਏਗੀ ਆਪਣੇ ਆਪ ਹੀ ਕਰਾਉਣਗੇ। ਅਤੇ ਇੱਕ ਹੋਰ ਸਵਾਲ ਹੈ ਜੀ, ਉਹ ਕਹਿ ਰਹੇ ਕਿ F2A ਪਟੀਸ਼ਨ ਬਾਰੇ ਦੱਸੋ। ਮੈਂ ਦੱਸ ਕੇ ਹਟਿਆ ਜੀ, F2A ਪਟੀਸ਼ਨ ਕਰੰਟ ਆ, ਕਿ ਇਹ ਤੇ ਪਹਿਲਾਂ ਬੈਨ ਲੱਗਿਆ ਸੀ, ਜੋ ਕਿ ਫਰਵਰੀ 'ਚ ਖੁੱਲ੍ਹ ਗਿਆ। F2A ਪਟੀਸ਼ਨ ਆ, ਜਿਹੜੇ ਗ੍ਰੀਨ ਕਾਰਡ ਹੋਲਡਰ ਆਪਣੇ ਹਸਬੈਂਡ ਵਾਈਫ ਅਤੇ 21 ਸਾਲ ਤੋਂ ਘੱਟ ਬੱਚਿਆਂ ਦਾ ਅਪਲਾਈ ਕਰਦੇ ਆ, ਇਹ ਕਰੰਟ ਅੱਜ ਕੱਲ੍ਹ, ਅਤੇ ਇਹਨੂੰ ਜਿਹੜਾ ਹੈਗਾ ਉਹ ਇਹ 'ਤੇ ਕੋਈ ਜਿਹੜੀ ਪ੍ਰਾਇਓਰਟੀ ਜਾਂ ਕੋਈ ਹੋਰ ਵੇਟ ਨਹੀਂ ਹੈਗੀ, ਤੋਂ ਇਹਦੀ ਪ੍ਰੋਸੈਸਿੰਗ ਹੋ ਰਹੀ ਆ। ਪਰ ਉਹੀ ਆ ਕਿ ਅੰਬੈਸੀ ਅਜੇ ਇੰਟਰਵਿਊ ਨਹੀਂ ਕਰ ਰਹੀ, ਜਿਹਦੇ ਕਰਕੇ April ਮਈ 'ਚ ਨਹੀਂ ਹੋਈਆਂ, ਡਿਲੇ ਹੋ ਗਈ, ਹੁਣ ਸ਼ਾਇਦ ਸ਼ੁਰੂ ਹੋਵੇ। ਅਤੇ ਉਸ ਤੋਂ ਬਾਅਦ ਹੈ ਜੀ ਸਵਾਲ ਹੈ F4 ਦੀ ਪ੍ਰਾਇਓਰਟੀ ਕਿਉਂ ਨਹੀਂ ਮੂਵ ਕਰ ਰਹੀ। ਹੋਈ ਹੈ ਜੀ ਥੋੜ੍ਹੀ ਜਿਹੀ ਮੂਵ, ਕਿਉਂਕਿ ਪਿਛਲੇ ਮਹੀਨੇ April ਚੱਲ ਰਿਹਾ ਸੀ, ਹੁਣ 8 ਮਈ ਆ, ਲੇਕਿਨ ਉਹ ਇਸ ਕਰਕੇ ਮੂਵ ਨਹੀਂ ਹੋ ਰਹੀ ਕਿ ਉੱਥੇ ਅੰਬੈਸੀ ਦੇ ਵਿੱਚ ਇੰਟਰਵਿਊ ਹੀ ਨਹੀਂ ਹੋਈਆਂ, ਅਤੇ ਬਹੁਤ ਘੱਟ ਹੁੰਦੀਆਂ ਨੇ, ਜਿਹਦੇ ਕਰਕੇ ਡਿਲੇ ਆ। ਜਦੋਂ ਹੁਣ ਜ਼ਿਆਦਾ ਹੋਣਗੀਆਂ ਫਿਰ ਇਹ ਫਾਸਟ ਹੋਏਗਾ। ਅਤੇ ਉਸ ਤੋਂ ਬਾਅਦ ਜੀ F4 ਕੈਟੇਗਰੀ ਅਗਸਤ 2005 ਦੇ ਵਿੱਚ ਅਪਲਾਈ ਕੀਤਾ ਜੀ, ਉਹ ਕਹਿੰਦੇ ਆ ਵੀ ਇਹਦਾ ਕੀ ਹੋਏਗਾ। ਦੇਖੋ F4 ਕੈਟੇਗਰੀ 2005 ਤਾਂ ਹੁਣ ਮਈ 2005 ਚੱਲ ਰਿਹਾ, ਅਗਸਤ ਅਜੇ 2-3 ਮਹੀਨੇ ਤੱਕ ਤੁਹਾਡੀ ਵਾਰੀ ਆਏਗੀ। ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ, ਅਤੇ ਇਹਦੇ ਨਾਲ ਹੀ ਹੁਣ ਸਮਾਂ ਹੋ ਗਿਆ ਤੁਹਾਡੇ ਤੋਂ ਆਗਿਆ ਲੈਣ ਦਾ, ਅਤੇ ਅਗਲੇ ਹਫਤੇ ਫਿਰ ਮਿਲਦੇ ਹਾਂ ਇਸੇ ਪ੍ਰੋਗਰਾਮ 'ਚ। ਅਤੇ ਵੱਧ ਤੋਂ ਵੱਧ ਇਹਨੂੰ ਤੁਸੀਂ ਲਾਈਕ ਕਰੋ, ਸਬਸਕ੍ਰਾਈਬ ਕਰੋ, ਅਤੇ ਵੱਧ ਤੋਂ ਵੱਧ ਸ਼ੇਅਰ ਕਰੋ। ਬਾਕੀ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ, ਸਾਡੀ ਕੋਸ਼ਿਸ਼ ਹੁੰਦੀ ਜਿੰਨੇ ਵੱਧ ਤੋਂ ਵੱਧ ਜਵਾਬ ਦੇ ਸਕੀਏ। ਚੰਗਾ ਜੀ, ਸਤਿ ਸ਼੍ਰੀ ਅਕਾਲ।